बीजेपी किते पिक्चर च नहीं है। डाटा एनालाइज करिए ना तो बीएसपी की पोजीशन स्ट्रोंग है पर मैनू ये लगता है कि वैस्ट दे विच बीजेपी किते स्टैंड नहीं करती। ਕੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਰਿਹਾ ਉਹ ਤੁਹਾਨੂੰ ਨਾ ਲੈ ਬੈਠੇ। श्रोमणी अकाली दल का जो विरोध है कंट्रोवर्शियल इशू से है, वो इमोशनल इशू है, वो बेसिकली है नहीं बेदबी। कांग्रेस ने बेसिकली लारे लाए, परफॉर्मेंस कोई नहीं किया। अगर बीजेपी फुल अगर जित सकता है ना 20 साल सरकार बना सकते, हाथी फुल तो बहुत बड़ा। ਦੁਆਬੇ ਜੋ ਜਿੱਤਣ ਵਾਲੀ ਸੀਟ ਤਾਂ ਤੁਹਾਨੂੰ ਦਿੱਤੀ ਨਹੀਂ ਅਕਾਲੀ ਦਲ। कांग्रेस की विचारधारा कभी फेवर च रही, आज़ादी तो पहला मिल रही, आज़ादी तो बाद भी नहीं, आज़ादी तो पहला मिल रही, आज़ादी तो बाद भी नहीं। ਸਵਾਗਤ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਮੈਂ ਗੁਰਨਾਮ ਸਿੰਘ ਬਿਲਗਾ ਤੇ ਇਸ ਵਕਤ ਨਵਾਂ ਸ਼ਹਿਰ ਦੀ ਧਰਤੀ ਤੇ ਮੌਜੂਦ ਹਾਂ। ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਵੱਡੀ ਅੱਜ ਰੈਲੀ ਕੀਤੀ ਜਾ ਰਹੀ ਆ ਚੋਣਾਂ ਨੂੰ ਲੈ ਕੇ। ਸਾਡੇ ਨਾਲ ਮੌਜੂਦ ਨੇ ਅਨਲ ਮੀਨੀਆ ਜੀ, ਉਹਨਾਂ ਨਾਲ ਕਰਦੇ ਗੱਲਬਾਤ ਕਿ ਜਲੰਧਰ ਪੱਛਮੀ ਹਲਕੇ ਤੋਂ ਗੱਠਜੋੜ ਨੇ ਉਹਨਾਂ ਨੂੰ ਉਮੀਦਵਾਰ ਐਲਾਨਿਆ ਆ। ਕਿਵੇਂ ਦਾ ਉਹਨਾਂ ਦਾ ਇਲੈਕਸ਼ਨ ਦਾ ਕੰਪੇਨ ਚੱਲ ਰਿਹਾ ਤੇ 2017 ਤੇ 2022 ਦੇ ਵਿੱਚ ਕੀ ਫਰਕ ਦੇਖਦੇ ਨੇ। ਮੀਨੀਆ ਜੀ ਨਿੱਘਾ ਜੀ ਆਇਆ। बहुत बहुत धन्यवाद जी। पंजाबी नैशनल न्यूज़ चैनल का बहुत बहुत धन्यवाद। देखो इदा दोस्त था 2017 ਦੇ ਵਿੱਚ ਜਿਹੜਾ ਮਾਹੌਲ ਸੀਗਾ ਉਹ ਬਹੁਜਨ ਸਮਾਜ ਪਾਰਟੀ ਇਕੱਲਿਆਂ ਲੜੀ ਸੀਗੀ, ਠੀਕ ਹੈ। ਹੁਣ ਗੱਠਜੋੜ ਹੋਇਆ। ਅਸੀਂ ਜਾਣਦੇ ਹਾਂ ਕਿ ਵੈਸਟ ਦੇ ਵਿੱਚ ਲਗਭਗ 50% ਵੋਟ ਜਿਹੜੀ ਉਹ ਐਸੀ ਭਾਈਚਾਰੇ ਦੀ ਹੈ, ਲੇਕਿਨ ਉਹ ਵੋਟ ਡਿਵੀਜ਼ਨ ਹੋ ਜਾਂਦੀ ਸੀ। ਲੇਕਿਨ ਜਦੋਂ ਵੀ ਗੱਠਜੋੜ ਹੁੰਦਾ ਹੈ, ਜਦੋਂ ਵੀ ਸਾਡੇ ਸਮਾਜ ਨੂੰ ਪਤਾ ਲੱਗਦਾ ਐਸੀ ਵੋਟ ਭਾਈਚਾਰੇ ਨੂੰ ਕਿ ਕੈਂਡੀਡੇਟ ਜਿੱਤ ਸਕਦਾ ਹੈ, ਸਰਕਾਰ ਬਣ ਸਕਦੀ ਹੈ, ਵੋਟ ਬਾਉਂਸ ਬੈਕ ਹੁੰਦੀ ਹੈ। ਅਗਰ ਤੁਸੀਂ 2017 ਨੂੰ 2019 ਨਾਲ ਐਨਾਲਿਸਿਸ ਕਰੋ, 2019 ਚ ਬਹੁਜਨ ਸਮਾਜ ਪਾਰਟੀ ਦਾ ਛੋਟਾ ਅਲਾਈਅੰਸ ਹੋਇਆ ਸੀ ਗਠਬੰਧਨ, ਸਾਡੀ ਵੋਟ ਜਿੱਥੇ 1000 ਸੀ 17 ਚ, ਉਹ ਬਾਉਂਸ ਬੈਕ ਹੋ ਗਏ 9900 ਕੁਝ ਲਗਭਗ 9000 ਪਈ। ਹੁਣ ਇਹ ਗੱਠਜੋੜ ਕਿਉਂਕਿ ਜੇਤੂ ਗੱਠਜੋੜ ਹੈ, ਮੈਨੂੰ ਲੱਗਦਾ ਹੈ ਕਿ ਸਾਡੀ ਵੋਟ ਡਬਲ ਤੋਂ ਵੀ ਜ਼ਿਆਦਾ ਪਾਊਗੀ। अगर डबल तो भी ज़्यादा पैंदी है तो श्रोमणी अकाली दल की उत्ते 15000 लगभग वोट हैगी है, तो तुसीं ला लो 2019 के हिसाब नाल अगर डबल तो भी ज़्यादा पैंदी तो सीट जित सकते हैं आप। चाहे शहरी सीट है, शहरी तुहानूं पता है कि बीएसपी का भी उन्ना पक्का कमिटेड वर्कर नहीं और श्रोमणी अकाली दल भी उन्ना कमिटेड वर्कर नहीं, लेकिन फिर भी क्योंकि ये गठजोड़ है, गठजोड़ की हवा चल रही है, वो मैनूं लगता है कि आप सीट जित के गठजोड़ की झोली च पावांगे। ਮੀਨੇ ਜੀ ਜੇ ਆਪਾਂ ਗੱਲ ਕਰੀਏ ਮਹਿੰਦਰ ਸਿੰਘ ਕੇਪੀ ਵੀ ਉਹ ਜਦੋਂ ਹਲਕਾ ਦੱਖਣੀ ਦੇ ਨਾਂ ਤੇ ਹੁੰਦਾ ਸੀਗਾ ਉਸ ਵੇਲੇ ਵੀ ਉੱਥੋਂ ਨੁਮਾਇੰਦਗੀ ਕਰ ਗਿਆ। ਭਗਤ ਚੂਨੀ ਲਾਲ ਵੀ ਜਿਹੜੇ ਆ ਲੋਕਲ ਬੋਡੀ ਮਿਨਿਸਟਰ ਰਹੇ ਨੇ ਉਹ ਵੀ ਕਰ ਗਏ ਨੇ। ਇਸ ਵਾਰੀ ਪਹਿਲੀ ਵਾਰੀ ਬਸਪਾ ਜਿਹੜਾ ਤਾਂ ਅਕਾਲੀ ਦਲ ਦਾ ਗੱਠਜੋੜ ਲੜ ਰਿਹਾ ਹੈ, ਬੀਜੇਪੀ ਤੋਂ ਅਲੱਗ ਹੋ ਗਏ ਨੇ। ਸ਼ਹਿਰੀ ਖੇਤਰ 'ਚ ਬੀਜੇਪੀ ਦਾ ਪ੍ਰਭਾਵ ਜ਼ਿਆਦਾ ਮੰਨਿਆ ਜਾਂਦਾ ਸੀ। ਇਸ ਵੇਲੇ ਕੀ ਹਾਲਾਤ ਲੱਗਦੇ ਨੇ ਕਿ ਨਵਾਂ ਅਲਾਈਅੰਸ ਨਵੀਂ ਗੱਠਜੋੜ ਗਰਾਊਂਡ ਤੇ ਲੋਕ ਕਿੱਦਾਂ ਦਾ ਮਹਿਸੂਸ ਕਰ ਰਹੇ? देखो इस तरह जिसों तक बीजेपी की गल है ना, बीजेपी किते पिक्चर च नहीं हैगी क्योंकि ओवरऑल ही बीजेपी का विरोध हैगा। ਅਸੀਂ ਸਾਰੇ ਜਾਣਦੇ ਹਾਂ ਕਿ ਕਿਸਾਨੀ ਮੁੱਦੇ ਤੇ ਬੀਜੇਪੀ ਬੈਕਫੁੱਟ ਹੈ। ਇਸ ਟਾਈਮ ਜਿਹੜਾ ਉਮੀਦਵਾਰ ਵੀ ਹੈ ਉਹਦੇ ਫਾਦਰ ਸਾਹਿਬ ਪਹਿਲਾਂ ਮੰਤਰੀ ਰਹਿ ਚੁੱਕੇ ਆ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਵਿੱਚ। ਉਹ ਇੰਨਾ ਇਫੈਕਟਿਵ ਸ਼ੁਰੂ ਤੋਂ ਹੀ ਨਹੀਂ ਰਿਹਾ, ਉਹ ਇੱਕ ਵਾਰੀ ਜਿੱਤਿਆ ਵੀ ਨਹੀਂ ਹੈਗਾ। ਤਾਂ ਕਹਿੰਦਾ ਮਤਲਬ ਹੁਣ ਵੀ ਉਹਦੀ ਪੋਜੀਸ਼ਨ ਵੀਕ ਹੈ ਕਿਉਂਕਿ ਬੇਸਿਕਲੀ ਜਿਹੜਾ ਅਗਰ ਆਪਾਂ ਡਾਟਾ ਐਨਾਲਾਈਜ਼ ਕਰੀਏ ਨਾ ਤੇ ਬੀਐਸਪੀ ਦੀ ਪੋਜੀਸ਼ਨ ਸਟਰੋਂਗ ਹੈ। 19 ਨਾਲ ਅਗਰ ਆਪਾਂ ਐਨਾਲਾਈਜ਼ ਕਰੀਏ, ਅੱਜ ਦੀ ਡੇਟ ਨਾਲ ਐਨਾਲਾਈਜ਼ ਕਰੀਏ, ਮੈਨੂੰ ਲੱਗਦਾ ਸੀਟ ਜਿੱਤੀ ਜਾਊਗੀ। ਬੀਜੇਪੀ ਨੂੰ ਕੋਈ ਹੁੰਗਾਰਾ ਨਹੀਂ ਮਿਲ ਰਿਹਾ। ਮੈਂ ਪਹਿਲਾਂ ਤੁਹਾਨੂੰ ਦੱਸ ਦਵਾਂ, ਪਹਿਲਾਂ ਬਾਮ ਸਾਹਿਬ 'ਚ ਕੰਮ ਕਰਦਾ ਸੀਗਾ। ਮੈਂ 2001 ਤੋਂ ਬੀਐਸਪੀ ਮੂਵਮੈਂਟ ਨਾਲ ਜੁੜਿਆ ਥਰੂ ਬਾਮ ਸਾਹਿਬ ਸ਼੍ਰੀ ਕਾਂਚੀ ਰਾਮ ਜੀ 2001 ਚ ਜਲੰਧਰ ਆਏ ਸੀ ਕੁਰਲਾ ਕਿੰਗਰਾ। ਮੈਂ ਬੜਾ ਕਲੋਜ਼ਲੀ ਮੋਨੀਟਰ ਕਰਦਾ ਇਲੈਕਸ਼ਨ ਨੂੰ, ਕਈ ਸਾਲਾਂ ਤੋਂ ਕਰ ਰਿਹਾ ਔਰ ਮੈਨੂੰ ਇਹ ਲੱਗਦਾ ਹੈ ਕਿ ਵੈਸਟ ਦੇ ਵਿੱਚ ਬੀਜੇਪੀ ਕਿਤੇ ਸਟੈਂਡ ਨਹੀਂ ਕਰਦੀ। ਜੀ ਅਨਲ ਜੀ, ਜੇ ਆਪਾਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਨਾਲ ਤੁਹਾਡਾ ਲਗਭਗ 25 ਤੋਂ 23 ਸਾਲ ਬਾਅਦ ਦੁਬਾਰਾ ਗੱਠਜੋੜ ਹੋਇਆ। ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਬੇਅਦਬੀ ਦਾ ਮੁੱਦਾ ਹੋਵੇ, ਨਸ਼ਿਆਂ ਦਾ ਮੁੱਦਾ ਹੋਵੇ, ਖੇਤੀ ਕਾਨੂੰਨਾਂ ਦੀ ਪਹਿਲਾਂ ਸਪੋਰਟਿੰਗ ਹੋਵੇ, ਉਹਨੂੰ ਲੈ ਕੇ ਵਿਰੋਧ ਅਕਸਰ ਦੇਖਿਆ ਜਾਂਦਾ। ਕੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਰਿਹਾ ਉਹ ਤੁਹਾਨੂੰ ਨਾ ਲੈ ਬੈਠੇ? ਨਹੀਂ, ਇਦਾਂ ਦੀ ਕੋਈ ਗੱਲ ਕੋਈ ਨਹੀਂ ਹੈਗੀ। ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵਿਰੋਧ ਹੈ ਕੰਟਰੋਵਰਸ਼ੀਅਲ ਇਸ਼ੂ ਤੇ ਹੈ, ਉਹ ਇਮੋਸ਼ਨਲ ਇਸ਼ੂ ਹੈ, ਉਹ ਬੇਸਿਕਲੀ ਹੈ ਨਹੀਂ ਬੇਅਦਬੀ। ਕੋਈ ਵੀ ਜਿਹੜਾ ਟਰੂ ਸਿੱਖ ਹੈ ਨਾ, ਮੈਂ ਸਮਝਦਾ ਅਸੀਂ ਵੀ ਚਾਹੇ ਆਪਾਂ ਸਿੱਖ ਨਹੀਂ ਹੈਗੇ, ਕੋਈ ਵੀ ਸਿੱਖ ਜਿਹੜਾ ਟਰੂ ਸਿੱਖ ਹੈ ਉਹ ਕਦੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰੂਗਾ। ਮੈਨੂੰ ਲੱਗਦਾ ਹੈ ਕਿ ਸ਼ਰਾਰਤੀ ਤੱਤਾਂ ਦਾ ਅਸਰ ਹੈ। ਜਿੱਥੋਂ ਤੱਕ ਆ ਗਈ ਕਿਸਾਨੀ ਮੁੱਦਿਆਂ ਦੀ ਗੱਲ, ਦੇਖੋ ਕਿਸਾਨੀ ਮੁੱਦਿਆਂ ਦੇ ਮਾਮਲੇ ਦੇ ਸ਼੍ਰੋਮਣੀ ਅਕਾਲੀ ਦਲ ਦੀ ਸੈਂਟਰ ਲੀਡਰਸ਼ਿਪ ਨੇ ਰਿਜ਼ਾਈਨ ਦਿੱਤਾ। ਇੱਥੇ ਲੋਕ ਸਰਪੰਚੀ ਤੋਂ ਰਿਜ਼ਾਈਨ ਨਹੀਂ ਦਿੰਦੇ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ
ਕੈਬਨਿਟ ਮਿਨਿਸਟਰ ਦਾ ਰਿਜ਼ਾਈਨ ਦਿੱਤਾ ਹੈ। ਮੈਨੂੰ ਲੱਗਦਾ ਉਹ ਮੁੱਦੇ ਲੋਕੀ ਭੁੱਲ ਚੁੱਕੇ ਨੇ। ਲੋਕੀ ਅਸਲ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਦੇ ਮੂਡ ਦੇ ਵਿੱਚ ਹੈਗੇ ਨੇ। ਦੇਖੋ ਜਿੱਦਾਂ ਮਰਜ਼ੀ ਕਰ ਲਓ, ਕਿਸਾਨ ਦੀ ਤਦ ਤੱਕ ਵੈਲਿਊ ਸੀ ਜਦ ਤੱਕ ਉਹਨਾਂ ਪਾਰਟੀ ਨਹੀਂ ਸੀ ਬਣਾਈ। ਹੁਣ ਕਿਸਾਨ ਵੀ ਖੇਰੂ ਪੇਰੂ ਨੇ, ਹੁਣ ਆਪਣੀ ਪਾਰਟੀ ਬਣਾ ਲਈ ਹੈ। ਕਿਸਾਨਾਂ ਦਾ ਸਨਮਾਨ ਵੀ ਉਹਦੇ ਵਿੱਚ ਵੀ ਬੜੀ ਡਿਵੀਜ਼ਨ ਹੈ, ਆਪਾਂ ਜਾਣਦੇ ਹਾਂ। ਸਾਰੇ ਕਿਸਾਨਾਂ ਨੇ ਪਾਰਟੀ ਨਹੀਂ ਬਣਾਈ, ਕਿਸਾਨਾਂ ਵਿੱਚ ਵੀ ਬਹੁਤ ਜ਼ਿਆਦਾ ਡਿਵੀਜ਼ਨ ਹੈਗੀ। ਜਿੱਥੋਂ ਤੱਕ ਆਪਾਂ ਬਿਜਲੀ ਦੀ ਗੱਲ ਕਰੀਏ, ਬਾਕੀ ਗੱਲ ਕਰੀਏ, ਦੇਖੋ ਇਹ ਸਰਕਾਰ ਕੋਲ 5 ਸਾਲ ਸੀਗੇ। ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ ਅੱਜ ਦੀ ਡੇਟ 'ਚ ਕੰਮ ਸਹੀ ਹੁੰਦਾ, ਲੇਕਿਨ ਓਵਰ ਏ ਪੀਰੀਅਡ ਆਫ ਟਾਈਮ 'ਚ ਉਹਦੀ ਕਮੀਆਂ ਪਾਈਆਂ ਜਾਂਦੀਆਂ। ਕਾਂਗਰਸ ਸਰਕਾਰ ਕੋਲ ਟਾਈਮ ਸੀਗਾ, ਅਗਰ ਬਿਜਲੀ ਬਿੱਲ 'ਚ ਕੋਈ ਕਮੀ ਹੈ ਉਹਨੂੰ ਦੂਰ ਕਰ ਸਕਦੀ ਸੀ, ਲੇਕਿਨ ਉਹਨਾਂ ਨੇ ਦੂਰ ਨਹੀਂ ਕੀਤਾ। ਇਹ ਸਿਰਫ ਮੁੱਦੇ ਮੈਨੂੰ ਲੱਗਦੇ ਆ ਇਹ ਪੋਲੀਟੀਕਲ ਮੁੱਦੇ ਨੇ, ਇਹ ਸਿਰਫ ਇਹਨਾਂ ਰਾਜਨੀਤਿਕ ਮਾਈਲੇਜ ਲੈਣ ਵਾਸਤੇ ਮੁੱਦੇ ਨੇ। ਇਹ ਮੁੱਦੇ ਹੈ ਨਹੀਂ। ਕਾਂਗਰਸ ਨੇ ਬੇਸਿਕਲੀ ਲਾਰੇ ਲਾਏ, ਪਰਫਾਰਮੈਂਸ ਕੋਈ ਨਹੀਂ ਕੀਤਾ। ਉਹਦੇ ਕੋਲ ਸੁਧਾਰ ਕਰਨ ਦਾ ਮੌਕਾ ਸੀਗਾ, ਉਹਦੇ ਕੋਲ ਪਰਫਾਰਮੈਂਸ ਦਿਖਾਉਣ ਦਾ ਮੌਕਾ ਸੀਗਾ, ਲੇਕਿਨ ਉਹ ਉੱਤੇ ਕੋਈ ਕੰਮ ਨਹੀਂ ਕੀਤਾ। ਮੈਨੂੰ ਲੱਗਦਾ ਮੁੱਦੇ ਮੈਟਰ ਨਹੀਂ ਕਰਦੇ। ਮੈਟਰ ਕਰਦਾ ਬਹੁਜਨ ਸਮਾਜ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਜਿਹੜਾ ਕਿ ਸਰਕਾਰ ਬਣਾਉਣ ਜਾ ਰਿਹਾ। ਦੇਖੋ ਦੋਨੋਂ ਕਾਡਰਾਈਜ਼ ਪਾਰਟੀਆਂ, ਅਗਰ ਬੀਜੇਪੀ ਫੁੱਲ ਅਗਰ ਜਿੱਤ ਸਕਦਾ ਇਹਨਾਂ ਨਾਲ 20 ਸਾਲ ਸਰਕਾਰ ਬਣਾ ਸਕਦੇ ਤੇ ਹਾਥੀ ਫੁੱਲ ਤੋਂ ਬਹੁਤ ਵੱਡਾ। ਸੋ ਮੈਨੂੰ ਲੱਗਦਾ ਸਰਕਾਰ ਬਣਾ। ਮੀਨੀਆ ਜੀ, ਇੱਕ ਤੁਹਾਡੇ ਤੇ ਸਵਾਲ ਵੱਡਾ ਲੋਕ ਖੜਾ ਕਰਦੇ ਨੇ ਕਿ ਬਸਪਾ ਅਕਾਲੀ ਦਲ ਦਾ ਗੱਠਜੋੜ ਹੈ, ਗੱਠਜੋੜ ਨਹੀਂ ਹੈ ਤਾਂ ਸੌਦਾ ਜਸਵੀਰ ਗੜੀ ਨੇ ਕੀਤਾ। ਤੁਹਾਡੇ ਸਾਥੀ ਚਾਹੇ ਉਹ ਆਦਮਪੁਰ ਤੋਂ ਤੁਹਾਡੇ ਛੱਡ ਕੇ ਪਾਰਟੀ ਚਲੇ ਗਏ ਨੇ, ਸੁਖਵਿੰਦਰ ਕੋਟਲੀ ਹੋਣ, ਅੰਮ੍ਰਿਤ ਭੌਂਸਲੇ ਹੋਣ, ਜਿੰਨੇ ਵੀ ਤੁਹਾਨੂੰ ਛੱਡ ਕੇ ਗਏ ਨੇ, ਤੇ ਉਹਨਾਂ ਨੂੰ ਲੱਗਦਾ ਹੈ ਕਿ ਬਰਾਬਰਤਾ ਦਾ ਗੱਠਜੋੜ ਨਹੀਂ, ਇਹ ਸੌਦਾ ਹੋਇਆ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਦੇਖੋ ਇਸ ਤਰ੍ਹਾਂ ਹੈ, ਚੰਡੀਗੜ੍ਹ ਮੇਂ ਅਸੀਂ ਕਈ ਸਾਲਾਂ ਤੋਂ ਬਹੁਜਨ ਸਮਾਜ ਪਾਰਟੀ ਇਕੱਲਿਆਂ ਜਿੱਤ ਨਹੀਂ ਸਕਦੀ। ਕਰਨੇ ਵਾਲਾ ਹੈ ਬੀਐਸਪੀ ਵੀ ਇਕੱਲਿਆਂ ਨਹੀਂ ਜਿੱਤ ਸਕਦੀ, ਬੀਜੇਪੀ ਵੀ ਇਕੱਲਿਆਂ ਨਹੀਂ ਜਿੱਤ ਸਕਦੀ। ਪੰਜਾਬ ਦੇ ਮਤਲਬ ਪੰਜਾਬ ਦੇ ਸਮੀਕਰਨ ਹੀ ਇਦਾਂ ਦੇ ਕਿ ਇਕੱਲਿਆਂ ਸਰਕਾਰ ਨਾ ਬੀਜੇਪੀ ਬਣਾ ਸਕਦੀ, ਨਾ ਸ਼੍ਰੋਮਣੀ ਅਕਾਲੀ ਦਲ, ਨਾ ਬੀਐਸਪੀ ਬਣਾ ਸਕਦੀ। ਸੋ ਇਦਾਂ ਦੀ ਗੱਲ ਨਹੀਂ ਹੈਗੀ। ਸਮੇਂ ਦੇ ਉੱਤੇ ਲੋਕ ਜਦੋਂ ਵੀ ਬੀਐਸਪੀ ਪਾਵਰਫੁਲ ਹੋਣ ਲੱਗਦੀ ਹੈ, ਸਮੇਂ ਦੇ ਲੋਕ ਜਦੋਂ ਪਾਵਰਫੁਲ ਹੁੰਦੀ, ਵਿਰੋਧੀ ਜਿਹੜੇ ਨੇ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ, ਕਿਉਂਕਿ ਹਰ ਟਾਈਮ ਦੇ ਉੱਤੇ ਵਿਕਾਊ ਬੰਦੇ ਮਿਲਦੇ ਨੇ। ਹੁਣ ਵੀ ਵਿਕਾਊ ਬੰਦੇ ਨੇ ਜਿਹੜੇ ਅਸਲੀ ਮਿਸ਼ਨ ਨਾਲ ਜੁੜੇ ਬੰਦੇ ਨੇ, ਉਹ ਕਦੀ ਬਹੁਜਨ ਸਮਾਜ ਪਾਰਟੀ ਨੂੰ ਛੱਡ ਨਹੀਂ ਜਾਂਦੇ, ਨਾ ਹੀ ਹੁਣ ਛੱਡ ਕੇ ਜਾਣਗੇ। ਤੁਸੀਂ ਦੇਖੋਗੇ ਕਿ ਇਹ ਜਦੋਂ ਜਿੱਦਾਂ ਇਹਦਾ ਗਠਬੰਧਨ ਅੱਗੇ ਵੱਧਦਾ, ਤੁਸੀਂ ਦੇਖੋਗੇ ਸਰਕਾਰ ਬਣੂਗੀ। ਉਦਾਂ ਅਸੀਂ ਇੱਕ ਵੀ ਨਹੀਂ ਜਿੱਤ ਸਕਦੇ। ਹੁਣ ਸਾਨੂੰ ਲੱਗਦਾ ਕਿ ਆਪਾਂ 20 ਸੀਟਾਂ ਹੈਗੀਆਂ ਨੇ। ਦੁਆਬੇ ਚੋਂ ਜਿੱਤਣ ਵਾਲੀ ਸੀਟ ਤਾਂ ਤੁਹਾਨੂੰ ਦਿੱਤੀ ਨਹੀਂ ਅਕਾਲੀ ਦਲ ਨੇ ਕੋਈ। ਦੇਖੋ ਇਹ ਤੁਹਾਨੂੰ ਲੱਗਦਾ ਅਲੱਗ ਸੇ ਲਗਾ ਹੈ। ਇਹ ਤੁਹਾਨੂੰ ਫਲੋਰ ਬੜਾ ਵੱਡਾ ਗੱਠਜੋੜ ਦੇ ਵਿੱਚ ਬੰਗਾ ਬੜਾ ਵੱਡੀ ਤੁਹਾਡੀ ਗਿਣਤੀ ਸੀਗੀ। ਇਹ 2 ਸੀਟਾਂ ਤਾਂ ਬਹੁਤ ਵੱਡੀਆਂ ਸੀ ਤੁਹਾਡੀਆਂ। ਆਦਮਪੁਰ ਤੁਹਾਡੀ ਗੱਠਜੋੜ ਦੇ ਵਿੱਚ ਵਧੀਆ ਅਧਿਕਾਰੀ ਦਾ ਜਿਸ सम्मानित गठबंधन ਦੇ ਵਿੱਚ ਦੋਨੋਂ ਪਾਰਟੀਆਂ ਦੇ ਲੀਡਰ ਨੂੰ ਸੈਕਰੀਫਾਈਸ ਕਰਨਾ ਪੈਂਦਾ। ਗਠਬੰਧਨ ਦੇ ਵਿੱਚ ਕਿਤੇ ਨਾ ਕਿਤੇ ਅਕਾਲੀ ਦਲ ਦੇ ਬੰਦੇ ਵੀ ਸੈਕਰੀਫਾਈਸ ਉਹਨਾਂ ਨੂੰ ਕਰਨਾ ਪਿਆ, ਸਾਨੂੰ ਵੀ ਸੈਕਰੀਫਾਈਸ ਕਰਨਾ ਪਿਆ। ਲੇਕਿਨ ਮੁੱਦਾ ਇਹ ਹੈ ਕਿ ਵਿਦਆਊਟ ਗੱਠਜੋੜ ਆਪਾਂ ਨਹੀਂ ਜਿੱਤ ਸਕਦੇ। ਗੱਠਜੋੜ ਦੇ ਨਾਲ ਆਪਾਂ ਜਿੱਤਾਂਗੇ, ਸਰਕਾਰ ਬਣੂਗੀ। ਲੱਗ ਰਿਹਾ ਤੁਹਾਨੂੰ? ਕਿਉਂ ਨਹੀਂ ਬਣੂਗੀ ਸਰ? बीबीएफ के साथ ਮੈਂ ਤੁਹਾਨੂੰ ਪਹਿਲਾਂ ਕਿਹਾ ਹੈ ਕਿ ਅਗਰ ਫੁੱਲ ਨਾਲ ਸਰਕਾਰ ਬਣ ਸਕਦੀ ਹੈ ਤੇ ਫੁੱਲ ਨਾਲ ਹਾਥੀ ਬਹੁਤ देखने का काम करें। ਐਸਸੀ ਵੋਟ ਬੈਂਕ ਬਾਉਂਸ ਬੈਕ ਹੋਊਗਾ। ਤੁਸੀਂ ਦੇਖੋ 17 ਤੋਂ 19 ਤੱਕ ਤੁਸੀਂ ਐਨਾਲਾਈਜ਼ ਕਰੋ, ਵੋਟ ਬੈਂਕ ਦੁਆਬੇ 'ਚ ਬਾਉਂਸ ਬੈਕ ਵੋਟ ਸਾਡਾ ਵਾਪਸ ਆਇਆ। ਹੁਣ ਬਿਲਕੁਲ ਜੇਤੂ ਗਠਬੰਧਨ ਹੈ। ਹੁਣ ਤੁਸੀਂ ਦੇਖੋਗੇ ਕਿ ਡਬਲ ਤੋਂ ਵੀ ਟ੍ਰਿਪਲ ਵੋਟ ਬੈਂਕ ਸਾਡਾ ਵਾਪਸ ਆਊਗਾ। ਬਿਨੇ ਜੀ, ਜਿਵੇਂ ਗੱਲ ਲੋਕਾਂ ਚੱਲ ਰਹੀ ਹੈ ਕਿ ਤੁਹਾਨੂੰ ਐਮਐਲਏ ਬਣਾਵਾਂਗੇ ਤੇ ਕੋਈ ਫਾਇਦਾ ਨਹੀਂ। ਚਰਨਜੀਤ ਚੰਨੀ ਸਮਾਜ ਦਾ ਮੁੱਖ ਮੰਤਰੀ ਕਾਂਗਰਸ ਨੇ ਬਣਾਤਾ। ਆਜ਼ਾਦੀ ਤੋਂ ਪਹਿਲਾਂ ਕਿਸੇ ਨੇ ਹਜੇ ਤੱਕ ਬਾਅਦ ਬਣਾਇਆ ਨਹੀਂ ਸੀਗਾ। ਗਾਂ ਵੀ ਚਰਨਜੀਤ ਚੰਨੀ ਨੂੰ ਉਹ ਮੁੱਖ ਮੰਤਰੀ ਬਣਾ ਰਹੇ ਨੇ। ਲੋਕ ਫਿਰ ਤੁਹਾਨੂੰ ਕਿਉਂ ਵੋਟ ਪਾਉਣਗੇ? ਚਰਨਜੀਤ ਚੰਨੀ ਦੀ ਪਾਰਟੀ ਨੂੰ ਕਿਉਂ ਨਾ? ਦੇਖੋ ਇਸ ਤਰ੍ਹਾਂ ਹੈ, ਟਾਈਮ ਟੂ ਟਾਈਮ ਬਹੁਜਨ ਮੂਵਮੈਂਟ ਨੂੰ ਕਮਜ਼ੋਰ ਕਰਨ ਵਾਸਤੇ ਜੋ ਬਾਹਰ ਦਲਾਲ ਪੈਦਾ ਕੀਤੇ ਗਏ। ਆਜ਼ਾਦੀ ਤੋਂ ਪਹਿਲਾਂ ਵੀ ਬਾਬਾ ਸਾਹਿਬ ਦਾ ਵਿਰੋਧ ਕੀਤਾ ਸੀ। ਸਾਡੇ ਰਾਈਟ, ਜਦੋਂ ਵੀ ਸਾਡੇ ਰਾਈਟ ਦੀ ਗੱਲ ਹੋਈ ਆਜ਼ਾਦੀ ਤੋਂ ਪਹਿਲਾਂ ਵੀ ਗਾਂਧੀ ਨੇ ਵਿਰੋਧ ਕੀਤਾ ਸੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ। ਉਦੋਂ ਤੋਂ ਲੈ ਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਚਮਚਾ ਜੋ ਕਿ ਕਿਤਾਬ ਲਿਖੀ, ਚਮਚਿਆਂ ਦਾ ਵਰਣਨ ਹੈ, ਉਦੋਂ ਤੋਂ ਲੈ ਕੇ ਦਲਾਲ ਪੈਦਾ ਹੁੰਦੇ ਰਹੇ ਨੇ, ਅੱਗੋਂ ਵੀ ਹੁੰਦੇ ਰਹਿਣਗੇ। ਮੈਂ ਸਮਝਦਾ ਕਿ ਜਿੰਨੇ ਵੀ ਦੂਸਰੀਆਂ ਪਾਰਟੀਆਂ ਬੈਠੇ ਉਹ ਕੰਮ ਨਹੀਂ ਕਰ ਸਕਦੇ। ਉਹ ਬੇਸਿਕਲੀ ਉਹ ਗੁਲਾਮ ਹੀ ਹੁੰਦੇ ਨੇ। ਉਹ ਕੰਮ ਕਰਨਾ ਬਹੁਤ ਮੁਸ਼ਕਲ ਹੈ। ਇਹ ਬੰਦੇ ਜਦੋਂ ਉੱਧਰ ਜਾਂਦੇ ਨੇ ਵਿਚਾਰਧਾਰਾ ਨਾਲ ਲੋਕੀ ਚੱਲਦੇ ਨੇ, ਬੰਦੇ ਨਾਲ ਨਹੀਂ ਚੱਲਦੇ। ਕਾਂਗਰਸ ਦੀ ਵਿਚਾਰਧਾਰਾ ਕਦੀ ਵੀ ਦਲਿਤਾਂ ਦੀ ਫੇਵਰ 'ਚ ਨਹੀਂ ਰਹੀ। ਇਹ ਸਾਨੂੰ ਲੱਗਦਾ ਹੈ ਕਾਂਗਰਸ ਦੀ ਵਿਚਾਰਧਾਰਾ ਕਦੀ ਫੇਵਰ 'ਚ ਨਹੀਂ ਰਹੀ। ਆਜ਼ਾਦੀ ਤੋਂ ਪਹਿਲਾਂ ਵੀ ਨਹੀਂ ਰਹੀ, ਆਜ਼ਾਦੀ ਤੋਂ ਬਾਅਦ ਵੀ ਨਹੀਂ ਰਹੀ। ਆਖਰੀ ਸਵਾਲ, ਹਲਕਾ ਜਲੰਧਰ ਪੱਛਮੀ ਲਈ ਅਨਿਲ ਮੀਨੀਆ ਦਾ ਕੋਈ ਵਿਜ਼ਨ? ਦੇਖੋ ਹਲਕਾ ਪੱਛਮੀ ਦਾ ਜਿਹੜਾ ਮੇਨ ਜੋ ਪੰਜਾਬ ਦੇ ਮੁੱਦੇ ਹੈ ਉਹ ਹੀ ਵੈਸਟ ਦੇ ਮੁੱਦੇ ਹੈ। ਪਿਛਲੇ 75 ਸਾਲ ਦੇ ਵਿੱਚ ਨਸ਼ਾ ਕਦੀ ਨਹੀਂ ਵਿਕਿਆ ਵੈਸਟ ਦੇ ਵਿੱਚ, ਜਿੰਨਾ 5 ਸਾਲ ਵਿੱਚ ਹੈ। ਪਿਛਲੇ 75 ਸਾਲ ਦੇ ਵਿੱਚ ਇਲੀਗਲ ਲਾਟਰੀ
ਔਰ ਸੱਟਾ ਜੂਆ ਕਦੀ ਨਹੀਂ ਹੋਇਆ ਜਿੰਨਾ ਪਹਿਲੇ 5 ਸਾਲ 'ਚ ਹੋਇਆ। ਪਹਿਲੇ 75 ਸਾਲ ਦੇ ਵਿੱਚ ਕ੍ਰਿਮੀਨਲ ਐਲੀਮੈਂਟ ਇਨਕਰੀਜ਼ ਨਹੀਂ ਹੋਏ ਜਿੰਨੇ ਪਹਿਲੇ 5 ਸਾਲ 'ਚ ਹੋਏ। ਬੁਨਿਆਦੀ ਜਿਹੜੀਆਂ ਸੁੱਖ ਸੁਵਿਧਾਵਾਂ ਹੁੰਦੀਆਂ ਜਿਸ ਤਰ੍ਹਾਂ ਆਪਾਂ ਸੜਕ ਕਹਿ ਲਈਏ, ਸੀਵਰੇਜ ਕਹਿ ਲਈਏ, ਪਾਣੀ ਕਹਿ ਲਈਏ, ਉਹ ਪਿਛਲੇ 25 ਸਾਲ 'ਚ ਉਦਾਂ ਹੀ ਨੇ। ਮੈਂ 25 ਸਾਲ ਹੋ ਗਏ ਇਲਾਕੇ ਛੱਡਿਆ, ਹੁਣ ਵੀ ਉਦਾਂ ਹੀ। ਮੇਰਾ ਇਹ ਮੰਨਣਾ ਹੈ ਕਿ ਅਸੀਂ ਆ ਜਿਹੜੇ ਮੁੱਦੇ ਨੇ ਇਹਨਾਂ ਨੂੰ ਹੱਲ ਕਰਾਂਗੇ। ਸਾਡਾ ਏਜੰਡਾ ਇੱਕ ਤੇ ਇਹਨਾਂ ਨੂੰ ਹੱਲ ਕਰਨ ਦਾ, ਦੂਜਾ ਪੋਜ਼ਿਟਿਵ ਏਜੰਡਾ ਹੈ। ਸਾਡਾ ਪੋਜ਼ਿਟਿਵ ਏਜੰਡਾ ਹੈ, ਅਸੀਂ ਸਰਕਾਰ ਬਣਾ ਕੇ ਇਹ ਜਿਹੜੇ ਨਸ਼ਾ ਹੈ, ਇਲੀਗਲ ਆਰਡਰੀ ਹੈ, ਇਹਨੂੰ ਖਤਮ ਕਰਾਂਗੇ। ਉਹ ਵਧੀਆ ਪ੍ਰਸ਼ਾਸਨ ਦੇਵਾਂਗੇ, ਰੂਲ ਆਫ ਲਾਅ ਦੇਵਾਂਗੇ, ਗੁੰਡਿਆਂ ਨੂੰ ਪਿੱਛੇ ਕਰਾਂਗੇ, ਅਪਰਾਧਿਕ ਤੱਤਾਂ ਨੂੰ ਪਿੱਛੇ ਕਰਾਂਗੇ, ਕਾਨੂੰਨ ਦਾ ਰਾਜ ਐਸਟੈਬਲਿਸ਼ ਕਰਾਂਗੇ, ਉਹ ਤਰੱਕੀ ਖੁਸ਼ਹਾਲੀ ਔਰ ਪੰਜਾਬੀ ਭਾਈਚਾਰੇ ਵੱਲ ਵੈਸਨੋਂ ਵੱਲ ਲੈ ਕੇ ਜਾਵਾਂਗੇ। ਬਹੁਤ ਧੰਨਵਾਦ ਤੁਹਾਡਾ ਸਮਾਂ ਦਿੱਤਾ। ਥੈਂਕ ਯੂ ਜੀ, ਥੈਂਕ ਯੂ। गूंज तो नहीं रही ना? ਆਲਨ ਮੀਨੀਆ ਜੀ ਦਾ ਮੰਨਣਾ ਆ ਕਿ ਜਲੰਧਰ ਪੱਛਮੀ ਹਲਕੇ ਤੋਂ ਜੋ ਬੁਨਿਆਦੀ ਸਹੂਲਤਾਂ ਆ ਉਹ ਉਹਨਾਂ ਲੋਕਾਂ ਨੂੰ, ਉਹ ਉਹਨਾਂ ਵੋਟਰਾਂ ਨੂੰ ਪਹੁੰਚਾਉਣੀਆਂ ਉਹਨਾਂ ਲਈ ਇੱਕ ਟਾਰਗੇਟ ਹੋਵੇਗਾ। ਭਾਵੇਂ ਕਿ ਬਸਪਾ ਅਕਾਲੀ ਗੱਠਜੋੜ ਇਸ ਵਕਤ ਦੁਆਬੇ ਦੇ ਵਿੱਚ ਆਪਣਾ ਵੱਡੇ ਪੱਧਰ ਤੇ ਪ੍ਰਚਾਰ ਕਰਨ ਲਈ ਵੱਡੇ ਲੀਡਰ ਸੱਦ ਰਿਹਾ। ਸੁਖਬੀਰ ਸਿੰਘ ਬਾਦਲ ਆ ਰਹੇ ਨੇ, ਕੁਮਾਰੀ ਮਾਇਆਵਤੀ ਆ ਰਹੇ ਨੇ। ਦੇਖਦੇ ਆ ਕਿ ਦੁਆਬੇ ਦੀ ਧਰਤੀ ਇਸ ਵਕਤ ਰਾਜਨੀਤਿਕ ਤੌਰ ਤੇ ਕਿਸ ਤਰ੍ਹਾਂ ਦੀ ਕਰਵਟ ਲੈਂਦੀ ਆ। ਜੁੜੇ ਰਹੋ ਪੰਜਾਬੀ ਨੈਸ਼ਨਲ ਟੀਵੀ ਦੇ ਨਾਲ। ਕੈਮਰਾਮੈਨ ਜੇ ਕੇ ਸਿੱਧੂ ਦੇ ਨਾਲ ਗੁਰਨਾਮ ਸਿੰਘ किसी ਬਿਲਗਾ। बहस में ना पड़े कृपया।